ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ ਅੰਬਰ ਵਿੱਚ ਉਡਾਰੀ। ਭਾਵੇਂ ਝਾਂਜਰਾਂ ਬੰਨ੍ਹ ਲਈਏ, ਪਰ ਜੇ ਨੱਚਣ ਦਾ ਚਾਅ ਤੇ ਯਤਨ ਨਾ ਹੋਵੇ ਤਾਂ ਨੱਚਿਆ ਨਹੀਂ ਜਾ ਸਕਦਾ। ਜਿਹੜਾ ਕੇਵਲ ਕੰਮ ਦੀ ਗੱਲ ਕਰਦਾ ਹੈ, ਉਹ ਨਾ ਕਿਸੇ ਨੂੰ ਦੋਸਤ ਬਣਾ ਸਕਦਾ ਹੈ, ਨਾ ਹੀ ਕਿਸੇ ਨੂੰ ਪਿਆਰ ਕਰ ਸਕਦਾ ਹੈ। ਕਿਸੇ ਵੀ ਰਿਸ਼ਤੇ ਨੂੰ ਉਸਾਰਨ ਲਈ ਵਾਧੂ ਕੋਸ਼ਿਸ਼ ਕਰਨੀ ਪਵੇਗੀ। ਕਈ ਵਾਰੀ ਆਮਦਨ ਤਾਂ ਬਿਨਾਂ ਯਤਨ ਦੇ ਹੋ ਜਾਂਦੀ ਹੈ, ਪਰ ਬੱਚਤ ਕਰਨ ਲਈ ਯਤਨ ਕਰਨਾ ਪਵੇਗਾ। ਸਫਲਤਾ ਤਾਂ ਕੋਸ਼ਿਸ਼ ਤੋਂ ਬਿਨਾਂ ਮਿਲਦੀ ਹੀ ਨਹੀਂ, ਕੋਸ਼ਿਸ਼ ਤੋਂ ਬਿਨਾਂ ਅਸਫਲਤਾ ਵੀ ਅਸੰਭਵ ਹੈ। ਜਿਹੜੇ ਜ਼ਿੰਦਗੀ ਨੂੰ ਐਲਬਮ ਵਾਂਗ ਵੇਖਣ ਦੇ ਆਦੀ ਹੁੰਦੇ ਹਨ, ਉਹ ਜ਼ਿੰਦਗੀ ਵਿੱਚ ਟੁਰਦੇ ਹੋਏ ਲਾਂਬੂ ਨਹੀਂ ਬਣਦੇ, ਨਾ ਹੀ ਉਹ ਡੂੰਘੇ ਪਾਣੀਆਂ ਵਿੱਚ ਉਤਰਦੇ ਹਨ। ਸਿਕੰਦਰ ਦੀ ਇੱਛਾ ਸਿਕੰਦਰ ਤੋਂ ਵੀ ਵੱਡੀ ਸੀ, ਪਰ ਸੰਸਾਰ ਵਿੱਚ ਉਹਦਾ ਨਾਂ ਉਹਦੀ ਇੱਛਾ ਕਾਰਨ ਨਹੀਂ, ਉਹਦੀ ਕੋਸ਼ਿਸ਼ ਕਾਰਨ ਹੈ। ਮਾਨਵ ਜਾਤੀ ਦੀ ਇਹ ਆਦਤ ਹੈ ਕਿ ਇਹ ਅਤੀਤ ਨੂੰ ਵਡਿਆਉਂਦੀ ਹੈ ਤੇ ਵਰਤਮਾਨ ਨੂੰ ਛੁਟਿਆਉਂਦੀ ਹੈ। ਇਹ ਯਤਨ ਕਰ ਰਹੇ ਵਿਅਕਤੀ ਨੂੰ ਉਤਸ਼ਾਹ ਨਹੀਂ ਦਿੰਦੀ, ਇਹ ਹਾਰ ਗਏ ਵਿਅਕਤੀ ਨੂੰ ਉਪਦੇਸ਼ ਦਿੰਦੀ ਹੈ। ਇਹ ਨਵੇਂ ਗਿਆਨ ਦੀ ਦਾਵਤ ਨਹੀਂ ਦਿੰਦੀ, ਇਹ ਜਾਣੇ ਪਛਾਣੇ ਨੂੰ ਮੁੜ ਦੁਹਰਾਉਣ ਲਈ ਮਜਬੂਰ ਕਰਦੀ ਹੈ। ਪਰ ਕੁਝ ਲੋਕ ਹੁੰਦੇ ਹਨ, ਇਹ ਹਰ ਯੁੱਗ ਵਿੱਚ ਹੋਏ ਹਨ, ਜਿਹੜੇ ਕੋਸ਼ਿਸ਼ ਕਰਕੇ ਸਮੁੱਚੀ ਮਾਨਵ ਜਾਤੀ ਨੂੰ ਨਵੇਂ ਰਾਹ ਪਾਉਂਦੇ ਹਨ। ਕਈ ਜੀਵਨ ਵਿੱਚ ਇਸ ਢੰਗ ਨਾਲ ਜਿਉਂਦੇ ਹਨ ਕਿ ਉਹ ਸਾਰੀ ਉਮਰ ਪਰਮਾਤਮਾ ਨੂੰ ਚਿੰਤਾ 'ਚ ਪਾਈ ਰੱਖਦੇ ਹਨ। ਵੇਖਿਆ ਗਿਆ ਹੈ ਕਿ ਮਨੁੱਖ ਨੂੰ ਕੁਝ ਵੀ ਜਦੋਂ ਲੋੜ ਨਾਲੋਂ ਵਧੇਰੇ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਵਧੀਕੀਆਂ ਕਰਨ ਲੱਗ ਪੈਂਦਾ ਹੈ, ਤੇ ਕਈ ਤਾਂ ਅਜਿਹੇ ਹੁੰਦੇ ਹਨ ਜਿਹੜੇ ਆਪਣੀ ਬਰਬਾਦੀ ਵਿੱਚ ਸਮੁੱਚੇ ਰਾਸ਼ਟਰ ਨੂੰ ਰਲਾ ਲੈਂਦੇ ਹਨ। ਆਤਮਾ ਸ਼ਬਦ ਦਾ ਪ੍ਰਯੋਗ ਗਿਆਨ ਦੇ ਸੰਦਰਭ ਵਿੱਚ ਹੀ ਹੁੰਦਾ ਹੈ, ਅਤੇ ਇਵੇਂ ਹੀ ਜੀਵਨ ਦਾ ਸੰਕਲਪ ਕੋਸ਼ਿਸ਼ ਜਾਂ ਯਤਨ ਦੇ ਸੰਦਰਭ ਵਿੱਚ ਹੀ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਸੰਸਾਰ ਦਾ ਕੋਈ ਵੀ ਕਾਰਜ ਯਤਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਯਤਨ ਨਾਲ ਹੀ ਉਜਾੜਾਂ ਆਬਾਦ ਹੋ ਜਾਂਦੀਆਂ ਹਨ, ਅਤੇ ਯੋਗ ਕੋਸ਼ਿਸ਼ ਦੀ ਅਣਹੋਂਦ ਕਾਰਨ ਹੀ ਆਬਾਦੀਆਂ ਉੱਜੜ ਜਾਂਦੀਆਂ ਹਨ। ਜੇ ਰਿਸ਼ਤਿਆਂ ਵਿੱਚ ਨਵੀਆਂ ਦਿਲਚਸਪੀਆਂ ਨਾ ਜਗਾਈਆਂ ਜਾਣ ਤਾਂ ਉਹ ਫਿੱਕੇ ਪੈ ਜਾਂਦੇ ਹਨ, ਟੁੱਟ ਜਾਂਦੇ ਹਨ, ਤੇ ਕਈ ਵਾਰੀ ਵਿਰੋਧ ਵਾਲੇ ਰਿਸ਼ਤੇ ਹੋ ਨਿਬੜਦੇ ਹਨ। ਬੀਤਿਆ ਹੋਇਆ ਸਮਾਂ ਜਾਂ ਲੰਘ ਗਈਆਂ ਰਾਤਾਂ ਜਾਂ ਗੁਆਚ ਗਏ ਅਵਸਰ ਜਾਂ ਮੁੱਕ ਗਏ ਸਾਥੀ ਆਦਿ ਯਤਨ ਕਰਨ ਦੇ ਬਾਵਜੂਦ ਮੁੜ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਪਰ ਕਿਹਾ ਜਾਂਦਾ ਹੈ ਕਿ ਜਦੋਂ ਸਾਡੇ ਕੋਲੋਂ ਸਭ ਕੁਝ ਵੀ ਖੋਹ ਲਿਆ ਜਾਵੇ ਤਾਂ ਵੀ ਸਾਡੇ ਕੋਲ ਭਵਿੱਖ ਅਤੇ ਯਤਨ ਬਚ ਜਾਂਦੇ ਹਨ। ਇਹ ਸਾਡਾ ਭੁਲੇਖਾ ਹੈ ਕਿ ਵਿਚਾਰ ਵਟਾਂਦਰਾ ਕਰਨ ਨਾਲ ਸਾਡੀਆਂ ਸਮੱਸਿਆਵਾਂ ਸੁਲਝ ਜਾਂਦੀਆਂ ਹਨ। ਜੇ ਵਿਚਾਰ ਵਟਾਂਦਰੇ ਵਿੱਚ ਯਤਨ ਸਮੱਸਿਆਵਾਂ ਨੂੰ ਸੁਲਝਾਉਣ ਦਾ ਹੋਏਗਾ ਤਾਂ ਹੀ ਸਮੱਸਿਆਵਾਂ ਸੁਲਝਣਗੀਆਂ। ਹੁੰਦਾ ਅਸਲ ਵਿੱਚ ਇਹ ਹੈ ਕਿ ਸੁਲਝਾਉਣ ਦੇ ਯਤਨ ਵਿੱਚ ਉਹਨਾਂ ਸਮੱਸਿਆਵਾਂ ਸੰਬੰਧੀ ਸਾਡੀ ਸਮਝ ਬੂਝ ਵੱਧ ਜਾਂਦੀ ਹੈ। ਅਸੀਂ ਸੂਝ ਦੇ ਪੱਖੋਂ ਸਮੱਸਿਆਵਾਂ ਤੋਂ ਅੱਗੇ ਲੰਘ ਜਾਂਦੇ ਹਾਂ। ਇਉਂ ਉਹ ਸਮੱਸਿਆਵਾਂ ਸਾਨੂੰ ਮੁਸ਼ਕਿਲਾਂ ਜਾਂ ਰੁਕਾਵਟਾਂ ਪ੍ਰਤੀਤ ਹੋਣੋਂ ਹਟ ਜਾਂਦੀਆਂ ਹਨ, ਅਤੇ ਉਹ ਆਪ ਮੁਹਾਰੇ ਹੱਲ ਹੋ ਜਾਂਦੀਆਂ ਹਨ। ਜਿੰਨਾ ਕੋਈ ਕੌਮ ਜਾਂ ਸਮਾਜ ਵਧੇਰੇ ਸਿਧਾਂਤਕ ਹੁੰਦਾ ਜਾਂਦਾ ਹੈ, ਓਨਾ ਹੀ ਉਹ ਯਤਨ ਦੇ ਪੱਖੋਂ ਪਛੜਦਾ ਜਾਂਦਾ ਹੈ। ਭਾਰਤ ਵਿੱਚ ਰਚੇ ਗਏ ਵੇਦਾਂ ਵਿੱਚ ਜੀਵਨ ਪ੍ਰਤੀ ਯਤਨ ਅਤੇ ਆਸ਼ਾ ਦੀ ਸੁਰ ਪ੍ਰਧਾਨ ਹੈ, ਜਦੋਂ ਕਿ ਉਪਨਿਸ਼ਦ ਵਧੇਰੇ ਸਿਧਾਂਤਕ ਹਨ ਅਤੇ ਵੇਦਾਂ ਦੇ ਮੁਕਾਬਲੇ ਉਪਨਿਸ਼ਦਾਂ ਦੀ ਸੁਰ ਉਦਾਸ ਹੈ। ਮਨੁੱਖੀ ਹੋਂਦ ਦੁੱਖ ਭਰੀ ਤੇ ਥੋੜ ਚਿਰੀ ਹੈ, ਸੋ ਇਸ ਨਾਲ ਸੰਬੰਧਿਤ ਫਲਸਫੇ ਨੇ ਚਿੰਤਾ ਭਾਵੀ ਹੋਣਾ ਹੀ ਸੀ। ਰਾਜਨੀਤੀ ਮਨੁੱਖ ਉੱਤੇ ਬਾਹਰੋਂ ਦਬਾਅ ਪਾਉਂਦੀ ਹੈ, ਜਦਕਿ ਧਰਮ ਮਨੁੱਖ ਨੂੰ ਅੰਦਰੋਂ ਪਕੜਦਾ ਹੈ। ਰਾਜਨੀਤੀ ਸਮਾਜ ਉੱਤੇ ਕਾਨੂੰਨੀ ਰੂਪ ਵਿੱਚ ਕੰਟਰੋਲ ਕਰਦੀ ਹੈ, ਜਦੋਂ ਕਿ ਧਾਰਮਿਕਤਾ ਵਿਚਾਰ ਰੂਪ ਵਿੱਚ ਸਮਾਜ ਨੂੰ ਕਾਬੂ ਕਰਦੀ ਹੈ। ਭਾਰਤੀ ਸਮਾਜ ਕਾਨੂੰਨੀ ਜ਼ਾਬਤੇ ਨਾਲੋਂ ਸੱਭਿਆਚਾਰਕ ਰਵਾਇਤਾਂ ਤੋਂ ਵਧੇਰੇ ਪ੍ਰਭਾਵਿਤ ਹੈ। ਭਾਰਤੀ ਮੁੱਖ ਤੌਰ ਉੱਤੇ ਸਰੋਤੇ ਹਨ, ਪਾਠਕ ਨਹੀਂ। ਇਹ ਪੜ੍ਹਨ ਦੀ ਥਾਂ ਸੁਣਨ ਦੇ ਸ਼ੌਕੀਨ ਹਨ। ਇਹ ਯਤਨ ਕਰਨ ਦੀ ਥਾਂ ਹੋਣੀ ਨੂੰ ਮੰਨਣ ਉੱਤੇ ਵਧੇਰੇ ਬਲ ਦਿੰਦੇ ਹਨ।
ਵਿਗਿਆਨ ਨਿਰੰਤਰ ਯਤਨ ਦੀ ਭਾਵਨਾ ਉੱਤੇ ਉਸਰਿਆ ਹੋਇਆ ਹੈ, ਜਦੋਂ ਕਿ ਧਰਮ ਰਹੱਸ ਉੱਤੇ ਉਸਰਿਆ ਹੋਇਆ ਹੈ। ਵਿਗਿਆਨ ਧਰਮ ਦਾ ਵਿਰੋਧ ਨਹੀਂ ਕਰਦਾ, ਵਿਗਿਆਨ ਰਹੱਸ ਦਾ ਵਿਰੋਧ ਕਰਦਾ ਹੈ। ਪਿਛਲੀ ਇੱਕ ਸਦੀ ਵਿੱਚ ਤੇ ਵਿਸ਼ੇਸ਼ ਕਰਕੇ ਪਿਛਲੇ ਕੁਝ ਦਹਾਕਿਆਂ ਵਿੱਚ ਸਾਡੇ ਆਲੇ ਦੁਆਲੇ ਵਿੱਚ ਜੋ ਤਬਦੀਲੀਆਂ ਵਾਪਰੀਆਂ ਹਨ, ਉਹ ਸਭ ਯਤਨ ਦਾ ਨਤੀਜਾ ਹਨ। ਤੁਸੀਂ ਆਪਣੇ ਗਲੀ ਮੁਹੱਲੇ 'ਚ ਝਾਤ ਮਾਰ ਕੇ ਵੇਖੋ, ਜਿਹੜੇ ਲੋਕ ਕਿਸੇ ਪ੍ਰਕਾਰ ਦਾ ਯਤਨ ਕਰ ਰਹੇ ਹਨ, ਉਹਨਾਂ ਦੀ ਸਥਿਤੀ ਸੁਧਰ ਰਹੀ ਹੈ। ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਉਹ ਵਧੇਰੇ ਘੁੰਮਦੇ ਹਨ, ਵਧੇਰੇ ਲੱਭਦੇ ਹਨ, ਵਧੇਰੇ ਭਟਕਦੇ ਹਨ। ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ, ਉਹ ਜਾਂ ਤਾਂ ਫੜਾ ਹੀ ਮਾਰਦੇ ਹਨ, ਜਾਂ ਉਹ ਉਹਨਾਂ ਲੜਾਈਆਂ ਨੂੰ ਜਿੱਤਣ ਦਾ ਦਾਅਵਾ ਕਰਦੇ ਹਨ ਜਿਹੜੀਆਂ ਲੜੀਆਂ ਹੀ ਨਹੀਂ ਗਈਆਂ। ਸਾਡਾ ਸਮਾਜ ਘੱਟ ਉਮਰ ਦੇ ਪੁਰਸ਼ ਤੇ ਵੱਡੀ ਉਮਰ ਦੀ ਇਸਤਰੀ ਦੇ ਸਬੰਧਾਂ ਨੂੰ ਸਵੀਕਾਰ ਨਹੀਂ ਕਰਦਾ। ਇਹ ਰਿਸ਼ਤੇ ਤਰਸ ਅਤੇ ਹਾਸੇ ਮਖੌਲ ਦਾ ਵਿਸ਼ਾ ਬਣਦੇ ਹਨ, ਕਿਉਂਕਿ ਇਹਨਾਂ ਵਿੱਚੋਂ ਵਿਕਾਸ ਗੈਰ ਹਾਜ਼ਰ ਹੁੰਦਾ ਹੈ। ਵਿਕਾਸ ਯਤਨ ਦਾ ਫਲ ਹੈ। ਯਤਨ ਤੋਂ ਬਿਨਾਂ ਕਿਸੇ ਵੀ ਪ੍ਰਕਾਰ ਦੇ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕਹਿੰਦੇ ਹਨ, ਜੇਕਰ ਤੁਸੀਂ 40 ਸਾਲਾਂ ਦੀ ਉਮਰ ਤੱਕ ਅਮੀਰ ਨਹੀਂ ਹੋਏ ਤਾਂ ਅਮੀਰ ਹੋਣ ਦੀ ਕੋਸ਼ਿਸ਼ ਤਿਆਗ ਦਿਓ। ਇਵੇਂ ਹੀ ਕਹਿੰਦੇ ਹਨ ਕਿ ਕਿਸੇ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਜ਼ਿੰਦਗੀ ਦੇ ਵੱਡੇ ਘਾਟੇ ਬਰਦਾਸ਼ਤ ਕੀਤੇ ਹੋਣੇ ਚਾਹੀਦੇ ਹਨ। ਇਹ ਅਸਚਰਜ ਗੱਲ ਹੈ ਕਿ ਸੰਸਾਰ ਨੂੰ ਚਲਾਉਂਦੇ ਤਾਂ ਪੁਰਸ਼ ਹਨ, ਪਰ ਸਾਰੇ ਦੋਸ਼ਾਂ ਦੀ ਜ਼ਿੰਮੇਵਾਰੀ ਇਸਤਰੀ 'ਤੇ ਪਾਈ ਜਾਂਦੀ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਇਸਤਰੀਆਂ ਦਾ ਸਿਧਾਂਤਾਂ ਨਾਲ ਵਾਸਤਾ ਨਹੀਂ ਹੁੰਦਾ। ਉਹਨਾਂ ਦਾ ਕੁਝ ਕਰਨ ਵਿੱਚ, ਯਤਨ ਵਿੱਚ ਵਧੇਰੇ ਵਿਸ਼ਵਾਸ ਹੁੰਦਾ ਹੈ। ਉਹਨਾਂ ਦੇ ਪ੍ਰਤੀਕਰਮ ਵਧੇਰੇ ਸੁਭਾਵਕ, ਸਰਲ ਅਤੇ ਸੱਜਰੇ ਹੁੰਦੇ ਹਨ। ਉਹਨਾਂ ਕੋਲ ਅੰਤਰ ਚੇਤਨਾ ਅਤੇ ਭਾਵੁਕ ਸੁੱਚਤਾ ਹੁੰਦੀ ਹੈ, ਜਿਸ ਕਾਰਨ ਉਹ ਤਰਕ ਨਾਲ ਫੈਸਲੇ ਨਹੀਂ ਕਰਦੀਆਂ। ਇਸੇ ਕਰਕੇ ਉਹਨਾਂ ਨੂੰ ਬਹਿਸ ਚੰਗੀ ਨਹੀਂ ਲੱਗਦੀ। ਜੇਕਰ ਪੁਰਸ਼ ਅਤੇ ਇਸਤਰੀ ਦੋਵੇਂ ਕਿਸੇ ਕਮਰੇ ਅੰਦਰ ਜਾਣ ਸਮੇਂ ਅੰਦਰੋਂ ਕੁੰਡੀ ਲਾ ਲੈਣ, ਤਾਂ ਬਾਹਰ ਨਿਕਲਣ ਵੇਲੇ ਪੁਰਸ਼ ਉਦਾਸ ਤੇ ਪਰੇਸ਼ਾਨ ਤੇ ਇਸਤਰੀ ਸਿਆਣੀ ਹੋ ਗਈ ਪ੍ਰਤੀਤ ਹੋਏਗੀ। ਵੇਖਿਆ ਗਿਆ ਕਿ ਵਿਆਹ ਨੂੰ ਬਣਾਈ ਰੱਖਣ ਲਈ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਯਤਨ ਕਰਦੀਆਂ ਹਨ। ਇਸਤਰੀ ਨੂੰ ਹਰ ਖੇਤਰ ਵਿੱਚ ਵਧੇਰੇ ਯਤਨ ਕਰਨੇ ਪੈਂਦੇ ਹਨ। ਇਵੇਂ ਹੀ ਪੁਰਸ਼ਾਂ ਦੀ ਦੁਨੀਆ ਵਿੱਚ ਹੱਕ ਕੋਈ ਚੀਜ਼ ਨਹੀਂ ਹੁੰਦਾ। ਇਹ ਇੱਕ ਪ੍ਰਕਾਰ ਦਾ ਸਮਝੌਤਾ ਹੀ ਹੁੰਦਾ ਹੈ। ਸਮਝੌਤਾ ਯਤਨ ਉੱਤੇ ਚਾਦਰ ਪਾਉਣ ਦਾ ਉਪਰਾਲਾ ਹੁੰਦਾ ਹੈ। ਲੋਕਾਂ ਦੀ ਬਹੁ ਗਿਣਤੀ ਨਿਰਾਰਥਕ ਯਤਨਾਂ ਵਿੱਚ ਰੁੱਝੀ ਹੋਈ ਹੈ। ਉਹ ਕੁਝ ਕਰਨ ਦਾ ਯਤਨ ਕਰ ਰਹੇ ਹਨ ਜਿਸ ਦੀ ਉਹਨਾਂ ਕੋਲ ਸਮਰੱਥਾ ਹੀ ਨਹੀਂ, ਅਤੇ ਜਿਸ ਖੇਤਰ ਦੀ ਉਹਨਾਂ ਕੋਲ ਸੰਭਾਵਨਾ ਹੈ, ਉਸ ਖੇਤਰ ਪ੍ਰਤੀ ਉਹ ਬੇਮੁਖ ਹਨ। ਅਜਿਹੇ ਵਿਅਕਤੀ ਮੀਂਹ ਪੈਣ ਸਮੇਂ ਮੀਂਹ ਨੂੰ ਰੋਕਣ ਦਾ ਯਤਨ ਕਰਦੇ ਹਨ। ਇਹ ਅਣਟੁਰੇ ਰਾਹਾਂ ਦੀ ਦੌੜ ਹੈ। ਗੋਲ ਘੇਰੇ ਦੀ ਦੌੜ ਕਿਸੇ ਨਿਸ਼ਾਨੇ 'ਤੇ ਨਹੀਂ ਅੱਪੜਦੀ। ਆਪਣੀ ਕੋਸ਼ਿਸ਼ ਵਿੱਚ ਪੂਰੇ ਦਾ ਪੂਰਾ ਕੌਣ ਸਫਲ ਹੋਇਆ ਹੈ? ਕਿਸੇ ਨੂੰ ਯਾਦ ਕਰਨਾ ਵੀ ਮਿਲਣ ਦੀ ਇੱਕ ਕੋਸ਼ਿਸ਼ ਹੁੰਦੀ ਹੈ। ਯਾਦ ਉਹਨਾਂ ਦੀ ਆਉਂਦੀ ਹੈ ਜਿਹੜੇ ਆਪ ਨਹੀਂ ਆਉਂਦੇ, ਜਿਨ੍ਹਾਂ ਕੋਲ ਅਸੀਂ ਪਹੁੰਚ ਨਹੀਂ ਸਕਦੇ। ਕਿਸੇ ਨੂੰ ਯਾਦ ਕਰਨਾ ਅਸਲ ਵਿੱਚ ਆਪਣੇ ਸੰਕਟ ਨੂੰ ਟਾਲਣ ਦਾ ਇੱਕ ਯਤਨ, ਇੱਕ ਉਪਰਾਲਾ ਹੁੰਦਾ ਹੈ। ਕਿਸੇ ਨਾਲ ਅਸਫਲ ਪਿਆਰ ਦੀਆਂ ਯਾਦਾਂ ਸਾਡਾ ਅਨੁਭਵ ਬਣਦੀਆਂ ਹਨ। ਮਨੁੱਖ ਕਦੇ ਵੀ ਇਕੱਲਾ ਨਹੀਂ ਹੁੰਦਾ। ਉਸ ਦੀਆਂ ਯਾਦਾਂ ਤੇ ਉਸ ਦਾ ਅਨੁਭਵ ਉਹਦਾ ਸਹਾਰਾ ਤੇ ਧਰਵਾਸ ਬਣਦੇ ਹਨ। ਯਾਦਾਂ ਵੀ ਯਤਨ ਤੋਂ ਬਿਨਾਂ ਨਹੀਂ ਉਸਰਦੀਆਂ। ਪਿਆਰ ਤਾਂ ਹੈ ਹੀ ਯਤਨ ਦਾ ਖੇਤਰ। ਯਤਨ ਤੋਂ ਬਿਨਾਂ ਵਿਦਿਆ ਉੱਕਾ ਹੀ ਸੰਭਵ ਨਹੀਂ। ਚਰਿੱਤਰ ਦਾ ਨਿਰਮਾਣ ਇਮਾਨਦਾਰ ਯਤਨਾਂ ਤੋਂ ਬਿਨਾਂ ਅਸੰਭਵ ਹੈ। ਮਿਹਨਤ ਯਤਨ ਦਾ ਹੀ ਸਤਿਕਾਰਮਈ ਰੂਪ ਹੈ। ਮਿਹਨਤ ਦਾ ਅਸਲੀ ਫਲ ਗਿਆਨ ਤੇ ਚਰਿੱਤਰ ਹਨ, ਧਨ ਅਤੇ ਪ੍ਰਸ਼ੰਸਾ ਨਹੀਂ। ਗੁਰੂ ਦੀ ਲੋੜ ਕਲਯੁਗ ਵਿੱਚ ਹੀ ਹੈ। ਸਤਯੁਗ ਜਾਂ ਸਵਰਗ ਵਿੱਚ ਦੇਵਤੇ ਵੀ ਆਮ ਵਿਅਕਤੀ ਹੁੰਦੇ ਹਨ। ਯਤਨ ਨਾਲ ਹੀ ਪਰਿਵਰਤਨ ਵਾਪਰਦਾ ਹੈ, ਅਤੇ ਸਮੇਂ ਦੀ ਸੋਝੀ ਪਰਿਵਰਤਨ ਤੋਂ ਬਿਨਾਂ ਸੰਭਵ ਨਹੀਂ। ਸਮਾਂ ਤਬਦੀਲੀ ਨੂੰ ਮਾਪਣ ਦਾ ਸਾਧਨ ਹੈ। ਜੇ ਤੁਸੀਂ ਆਪਣੇ ਵਿੱਚ ਵਾਪਰਿਆ ਪਰਿਵਰਤਨ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਦੋਸਤ ਜਾਂ ਸਹੇਲੀ ਨੂੰ ਧਿਆਨ ਨਾਲ ਵੇਖਣ ਦਾ ਯਤਨ ਕਰੋ। ਉਹਨਾਂ ਵਿੱਚ ਵਾਪਰੀ ਤਬਦੀਲੀ ਤੁਹਾਡੇ ਵਿੱਚ ਵੀ ਵਾਪਰ ਚੁੱਕੀ ਹੁੰਦੀ ਹੈ। ਅਸਫਲਤਾ ਦੇ ਅਨੇਕਾਂ ਢੰਗ ਹਨ।
ਇੱਕ ਯਕੀਨੀ ਢੰਗ ਇਹ ਹੈ ਕਿ ਜਿੰਨਾ ਕੰਮ ਜਾਂ ਯਤਨ ਤੁਹਾਨੂੰ ਕਰਨਾ ਚਾਹੀਦਾ ਹੈ ਉਸ ਨਾਲੋਂ ਘੱਟ ਕੰਮ ਕਰੋ, ਘੱਟ ਯਤਨ ਕਰੋ। ਅਸਫਲਤਾ ਯਕੀਨੀ ਹੈ। ਦੂਜਾ ਢੰਗ ਇਹ ਹੈ ਕਿ ਕੰਮ ਨੂੰ ਹਮੇਸ਼ਾ ਪਛੜ ਕੇ ਕਰੋ। ਤੀਜਾ ਇਹ ਹੈ ਕਿ ਕੋਈ ਵੀ ਕੰਮ ਪੂਰਾ ਨਾ ਕਰੋ। ਅਤੇ ਚੌਥਾ ਇਹ ਕਿ ਝਟਪਟ ਅਮੀਰ ਬਣਨ ਵਿੱਚ ਰੁੱਝ ਜਾਓ। ਅਜਿਹੇ ਅਨੇਕਾਂ ਹੋਰ ਢੰਗ ਵੀ ਹਨ ਜਿਨ੍ਹਾਂ ਨਾਲ ਅਸੀਂ ਜੀਵਨ ਭਰ ਲੁਕਣ ਮੀਚੀ ਖੇਡ ਸਕਦੇ ਹਾਂ। ਮਹਾਨ ਨਤੀਜੇ ਤਤਕਾਲ ਪ੍ਰਾਪਤ ਨਹੀਂ ਹੁੰਦੇ। ਭਾਵੇਂ ਅਜੋਕੇ ਯੁੱਗ ਵਿੱਚ ਬੇਈਮਾਨੀ ਦਾ ਬੋਲਬਾਲਾ ਹੈ, ਪਰ ਹਰ ਯੁੱਗ ਵਿੱਚ ਪ੍ਰਸ਼ੰਸਾ ਇਮਾਨਦਾਰੀ ਦੀ ਹੀ ਹੋਈ ਹੈ। ਸਾਡੇ ਯੁੱਗ ਵਿੱਚ ਵੀ ਇਮਾਨਦਾਰੀ ਹੋਰ ਮੁੱਲਵਾਨ ਹੋ ਗਈ ਹੈ। ਪ੍ਰਾਪਤੀ ਨਾਲੋਂ ਕੋਸ਼ਿਸ਼ ਦਾ ਆਨੰਦ ਵਧੇਰੇ ਹੁੰਦਾ ਹੈ। ਯਾਤਰਾ ਯਤਨ ਦਾ ਹੀ ਇੱਕ ਰੂਪ ਹੈ। ਮੌਤ ਨਹੀਂ, ਉਹਦਾ ਕਾਰਨ ਮਨੁੱਖ ਨੂੰ ਸ਼ਹੀਦ ਬਣਾਉਂਦਾ ਹੈ। ਸੁੰਦਰਤਾ ਨਰਕ ਵਿੱਚ ਵੀ ਹੈ। ਉੱਥੇ ਰਹਿਣ ਵਾਲੇ ਉਹਦੀ ਪਛਾਣ ਨਹੀਂ ਕਰ ਸਕਦੇ। ਇਸ ਪਛਾਣ ਦਾ ਉਹ ਯਤਨ ਹੀ ਨਹੀਂ ਕਰਦੇ। ਇਹੀ ਤਾਂ ਉਹਨਾਂ ਦੀ ਸਜ਼ਾ ਹੈ। ਜੇ ਕੁਦਰਤ ਵਿੱਚ ਕੁਝ ਸੁੰਦਰ ਹੈ ਤਾਂ ਉਸ ਪਿੱਛੇ ਕੁਦਰਤ ਦਾ ਨਿਰੰਤਰ ਯਤਨ ਕੰਮ ਕਰ ਰਿਹਾ ਹੈ। ਲਾਪਰਵਾਹੀ ਨਾਲ ਕੋਈ ਕਲਾ ਨਹੀਂ ਸਿੱਖੀ ਜਾ ਸਕਦੀ। ਬਹੁਤੇ ਲੋਕਾਂ ਵਿੱਚ ਨਿਪੁੰਨ ਕਲਾਕਾਰ ਬਣਨ ਦੀ ਅਭਿਲਾਸ਼ਾ ਤਾਂ ਹੁੰਦੀ ਹੈ, ਪਰ ਉਸ ਲਈ ਢੁਕਵੇਂ ਯਤਨ ਕਰਨ ਦਾ ਸਾਹਸ ਨਹੀਂ ਹੁੰਦਾ। ਵਿਆਹ ਕਰਾਉਣਾ ਜ਼ਿੰਦਗੀ ਦੀ ਲੰਮੀ ਲੜਾਈ ਲੜਨ ਤੇ ਜੱਦੋ-ਜਹਿਦ ਕਰਨ ਦਾ ਇੱਕ ਯਤਨ ਹੈ। ਇਸੇ ਕਰਕੇ ਕਹਿੰਦੇ ਹਨ ਕਿ ਕਿਸੇ ਨੂੰ ਵਿਆਹ ਕਰਵਾਉਣ ਜਾਂ ਜੰਗ ਤੇ ਜਾਣ ਦੀ ਸਲਾਹ ਸੋਚ ਸਮਝ ਕੇ ਦਿਓ, ਕਿਉਂਕਿ ਇਹਨਾਂ ਦੋਹਾਂ ਸਲਾਹਾਂ ਦੇ ਅਰਥ ਇੱਕੋ ਹਨ। ਮਨੁੱਖ ਜਿਸ ਤੋਂ ਡਰਦਾ ਹੈ ਉਹ ਯਤਨ ਕਰਨ ਦੇ ਬਾਵਜੂਦ ਉਹਨੂੰ ਪਿਆਰ ਨਹੀਂ ਕਰ ਸਕਦਾ। ਜਿਹੜੇ ਰਿਸ਼ਤੇ ਬਰਾਬਰੀ ਦੇ ਨਹੀਂ ਹੁੰਦੇ ਉਹਨਾਂ ਦਾ ਅੰਤ ਨਫ਼ਰਤ ਵਿੱਚ ਹੋਣਾ ਯਕੀਨੀ ਹੈ। ਜਦੋਂ ਵੋਟਾਂ ਨੂੰ ਗਿਣਨ ਦੀ ਥਾਂ ਤੋਲਣ ਦਾ ਯਤਨ ਕੀਤਾ ਜਾਏਗਾ ਤਾਂ ਹੀ ਸੱਚੇ ਅਰਥਾਂ ਵਿੱਚ ਲੋਕਤੰਤਰ ਦੀ ਸਥਾਪਤੀ ਸੰਭਵ ਹੋਏਗੀ। ਜੇ ਤੁਸੀਂ ਕੇਵਲ ਆਪਣੇ ਹੱਕਾਂ ਲਈ ਲੜਨ ਦਾ ਯਤਨ ਕਰੋਗੇ ਤਾਂ ਹਾਰ ਜਾਓਗੇ, ਪਰ ਜੇ ਤੁਸੀਂ ਦੂਜਿਆਂ ਦੇ ਹੱਕਾਂ ਦੀ ਵੀ ਰਾਖੀ ਕਰੋਗੇ ਤਾਂ ਸਾਰੇ ਜਿੱਤ ਜਾਣਗੇ। ਜਿਹੜਾ ਇਹ ਸੋਚਦਾ ਹੈ ਕਿ ਉਹ ਸੰਸਾਰ ਤੋਂ ਬਿਨਾਂ ਜਿਉਂਦਾ ਰਹਿ ਲਏਗਾ ਉਹ ਭੁਲੇਖੇ ਦਾ ਸ਼ਿਕਾਰ ਹੈ, ਅਤੇ ਜਿਹੜਾ ਇਹ ਖਿਆਲ ਕਰਦਾ ਹੈ ਕਿ ਸੰਸਾਰ ਉਸ ਤੋਂ ਬਿਨਾਂ ਰੁਕ ਜਾਏਗਾ ਉਹ ਵਡੇਰੇ ਭੁਲੇਖੇ ਦਾ ਸ਼ਿਕਾਰ ਹੈ। ਉਹੀ ਯਤਨ ਸਫਲ ਹੁੰਦੇ ਹਨ ਜਿਹੜੇ ਸੰਸਾਰ ਦੇ ਸਮਾਜ ਦੇ ਪੱਖ ਵਿੱਚ ਹੁੰਦੇ ਹਨ। ਪ੍ਰਾਪਤ ਕਰਨ ਨਾਲੋਂ ਵੰਡਣ ਦਾ ਯਤਨ ਵਧੇਰੇ ਗੁਣਕਾਰੀ ਹੈ। ਰੱਬ ਕਹਿੰਦਾ ਹੈ, ਵੰਡੋ, ਮੈਂ ਤੁਹਾਨੂੰ ਹੋਰ ਦੇਵਾਂਗਾ। ਤੁਸੀਂ ਯਤਨ ਕਰੋ, ਮੈਂ ਤੁਹਾਡੀ ਸਹਾਇਤਾ ਕਰਾਂਗਾ। ਸੱਚ ਸੁਣਨ ਉੱਤੇ ਅਸੀਂ ਇਸ ਲਈ ਨਾਰਾਜ਼ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਕੇਵਲ ਝੂਠ ਸੁਣਨ ਦੀ ਆਦਤ ਹੁੰਦੀ ਹੈ। ਜੋ ਕੁਝ ਵੀ ਸਾਡੀ ਆਦਤ ਤੋਂ ਉਲਟ ਵਾਪਰਦਾ ਹੈ ਉਹ ਸਾਨੂੰ ਨਾਰਾਜ਼ ਅਤੇ ਪਰੇਸ਼ਾਨ ਕਰਦਾ ਹੈ। ਸਰਕਾਰਾਂ ਝੂਠ ਉੱਤੇ ਉਸਰੀਆਂ ਹੁੰਦੀਆਂ ਹਨ, ਇਸੇ ਲਈ ਸੱਚ ਤੋਂ ਡਰਦੀਆਂ ਹਨ। ਸੋਚਣਾ ਬਗਾਵਤ ਨੂੰ ਜਨਮ ਦਿੰਦਾ ਹੈ। ਠੀਕ ਯਤਨਾਂ ਨਾਲ ਬਗਾਵਤਾਂ ਇਨਕਲਾਬ ਹੋ ਨਿਬੜਦੀਆਂ ਹਨ ਅਤੇ ਗਲਤ ਯਤਨਾਂ ਨਾਲ ਲਿਆਂਦੇ ਇਨਕਲਾਬ ਤਾਨਾਸ਼ਾਹੀਆਂ ਬਣ ਜਾਂਦੇ ਹਨ। ਜੈਸੇ ਯਤਨ ਤੈਸੀ ਪ੍ਰਾਪਤੀ। ਅਸੀਂ ਆਪਣੇ ਅਗਿਆਨ ਦੇ ਗੁਲਾਮ ਹਾਂ। ਗਿਆਨ ਸਦਾ ਮੁਕਤ ਕਰਦਾ ਹੈ, ਪਰ ਕੋਈ ਵੀ ਗਿਆਨ ਯਤਨ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਗਿਆਨ ਕੋਈ ਮੰਜ਼ਿਲ ਨਹੀਂ, ਇਹ ਇੱਕ ਨਿਰੰਤਰ ਯਾਤਰਾ ਹੈ। ਇਹ ਨਾਮ ਨਹੀਂ, ਕਿਰਿਆ ਹੈ। ਇਹ ਪ੍ਰਾਪਤੀ ਨਹੀਂ, ਕੋਸ਼ਿਸ਼ ਹੈ। ਜੋ ਸੰਭਵ ਹੁੰਦਾ ਹੈ ਉਹੀ ਵਾਪਰਦਾ ਹੈ। ਸੋ ਯਤਨ ਸੰਭਵ ਨੂੰ ਵਾਪਰਨ ਦੇ ਪੜਾਅ 'ਤੇ ਲਿਆਉਣ ਦਾ ਕਰਨਾ ਪਏਗਾ। ਕਿਸੇ ਨੇ ਅਰਦਾਸ ਕੀਤੀ ਸੀ, ਹੇ ਪਰਮਾਤਮਾ, ਜੋ ਬਦਲਣ ਯੋਗ ਹੈ ਉਹ ਬਦਲਣ ਦੀ ਹਿੰਮਤ ਦੇ, ਜੋ ਬਦਲਣ ਯੋਗ ਨਹੀਂ ਉਸ ਨੂੰ ਸਵੀਕਾਰ ਕਰਨ ਦਾ ਹੌਸਲਾ ਦੇ, ਅਤੇ ਇਹਨਾਂ ਦੋਹਾਂ ਦੇ ਅੰਤਰ ਨੂੰ ਜਾਣਨ ਦੀ ਸੂਝ ਦੇ। ਡਾਕਟਰ ਕਹਿੰਦਾ, ਯਤਨ ਮੈਂ ਕਰਾਂਗਾ, ਇਲਾਜ ਪਰਮਾਤਮਾ ਕਰੇਗਾ। ਜੇ ਕੋਈ ਕੰਮ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਜਾਣੂਆਂ ਦੀ ਰਾਏ ਪੁੱਛਣ ਲੱਗ ਪਓਗੇ ਤਾਂ ਤੁਸੀਂ ਉਹ ਕੰਮ ਯਤਨ ਦੇ ਬਾਵਜੂਦ ਆਰੰਭ ਹੀ ਨਹੀਂ ਕਰ ਸਕੋਗੇ। ਜਿਹੜੇ ਇਤਿਹਾਸ ਨਹੀਂ ਪੜ੍ਹਦੇ ਉਹ ਪੁਰਾਣੀਆਂ ਗਲਤੀਆਂ ਹੀ ਦੁਹਰਾਉਂਦੇ ਰਹਿੰਦੇ ਹਨ। ਜਿਹੜੇ ਪੜ੍ਹਦੇ ਹਨ ਗਲਤੀਆਂ ਤਾਂ ਉਹ ਵੀ ਕਰਦੇ ਹਨ, ਪਰ ਉਹਨਾਂ ਦਾ ਢੰਗ ਤੇ ਯਤਨ ਨਵਾਂ ਹੁੰਦਾ ਹੈ। ਕੋਸ਼ਿਸ਼ ਉਹੀ ਸਫਲ ਹੁੰਦੀ ਹੈ ਜਿਹੜੀ ਸੁਭਾਵਕ ਹੋਵੇ, ਉਚੇਚ ਤੋਂ ਮੁਕਤ ਹੋਵੇ। ਜਿਵੇਂ ਵਧੇਰੇ ਕਸੇ ਹੋਏ ਸਾਜ਼ ਵਿੱਚੋਂ ਸੰਗੀਤ ਨਹੀਂ ਉਪਜਦਾ,
ਉਵੇਂ ਉਚੇਚ ਨਾਲ ਕੀਤੇ ਯਤਨਾਂ ਵਿੱਚੋਂ ਸਫਲਤਾ ਨਹੀਂ ਜਨਮਦੀ। ਯਤਨ ਇੰਨਾ ਸੁਭਾਵਕ ਹੋਣਾ ਚਾਹੀਦਾ ਹੈ ਕਿ ਜਿੱਤ ਸੁਭਾਵਕ ਪ੍ਰਤੀਤ ਹੋਵੇ। ਜੇ ਜਿੱਤ ਵੇਲੇ ਜਿੱਤ ਦਾ ਗੁਮਾਨ ਨਾ ਹੋਵੇ ਤਾਂ ਹਾਰ ਵੇਲੇ ਹਾਰ ਦਾ ਸੰਸਾ ਵੀ ਨਹੀਂ ਹੁੰਦਾ। ਜਿੰਨਾ ਸਾਡੇ ਗਿਆਨ ਦਾ ਟਾਪੂ ਵਿਸ਼ਾਲ ਹੋਏਗਾ, ਓਨਾ ਹੀ ਉਹਦੇ ਅਨੁਭਵ ਦਾ ਤੱਟ ਵਿਸ਼ਾਲ ਹੋਏਗਾ। ਗਿਆਨ, ਪ੍ਰੇਮ ਤੇ ਅਨੁਭਵ ਸਾਨੂੰ ਆਪਣੇ ਹੰਕਾਰ ਮਿਟਾਉਣ ਵਿੱਚ ਯਤਨਸ਼ੀਲ ਕਰਦੇ ਹਨ। ਅਸੀਂ ਆਪਣੀ ਸੁਰੱਖਿਆ ਦੀ ਭਾਵਨਾ ਅਧੀਨ ਧਨ ਇਕੱਠਾ ਕਰਨ ਦਾ ਯਤਨ ਕਰਦੇ ਹਾਂ, ਜਦੋਂ ਕਿ ਧਨ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ, ਸਗੋਂ ਧਨ ਨੂੰ ਤਾਂ ਆਪ ਰੱਖਿਆ ਦੀ ਲੋੜ ਹੈ। ਧਨ ਅਨੇਕਾਂ ਡਰ ਉਪਜਾਉਂਦਾ ਹੈ। ਧਨ ਜਾਇਦਾਦ ਇੱਛਾ ਨੂੰ ਤੇ ਸੱਤਾ ਹੰਕਾਰ ਨੂੰ ਵਧਾਉਂਦੀਆਂ ਹਨ। ਇਵੇਂ ਅਨੁਚਿਤ ਲਾਭ ਤੋਂ ਲੋਭ ਵੱਧਦਾ ਹੈ ਤੇ ਲੋਭ ਸਾਨੂੰ ਕੋਈ ਵੀ ਹੰਢਣਸਾਰ ਰਿਸ਼ਤਾ ਉਸਾਰਨ ਦੇ ਪੱਖੋਂ ਅਪੰਗ ਬਣਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਜੀਵਨ ਮਾਨਣ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ ਤੇ ਕਤਲਾਂ ਤੇ ਆਤਮਘਾਤਾਂ ਦੇ ਯਤਨ ਵੱਧ ਜਾਂਦੇ ਹਨ। ਜੇ ਸਾਡੇ ਸਮਾਜ ਵਿੱਚ ਵਿਅਕਤੀ ਅਮੀਰ ਹੋ ਰਹੇ ਹਨ ਪਰ ਸਮਾਜ ਗਰੀਬ ਹੋ ਰਿਹਾ ਹੈ, ਤਾਂ ਨਿਸ਼ਚੇ ਹੀ ਸਾਡੇ ਯਤਨਾਂ ਵਿੱਚ ਕੋਈ ਮਹੱਤਵਪੂਰਨ ਘਾਟ ਹੈ। ਸਾਨੂੰ ਆਪਣੇ ਯਤਨਾਂ ਦੀ ਮੁਹਾਰ ਬਦਲਣੀ ਪਏਗੀ। ਵੇਖਿਆ ਗਿਆ ਹੈ ਕਿ ਜਿਉਂ-ਜਿਉਂ ਅਸੀਂ ਦੂਜਿਆਂ ਦੀਆਂ ਘਾਟਾਂ ਸਵੀਕਾਰ ਕਰਨ ਦਾ ਯਤਨ ਕਰਦੇ ਹਾਂ, ਤਿਉਂ-ਤਿਉਂ ਅਸੀਂ ਆਪਣੇ ਆਪ ਨਾਲ ਵਧੇਰੇ ਸਹਿਮਤ ਹੁੰਦੇ ਜਾਂਦੇ ਹਾਂ। ਇਵੇਂ ਹੀ ਜਿਉਂ-ਜਿਉਂ ਅਸੀਂ ਸੰਜਮ ਨੂੰ ਸਵੀਕਾਰ ਕਰਦੇ ਜਾਂਦੇ ਹਾਂ, ਤਿਉਂ-ਤਿਉਂ ਅਸੀਂ ਆਜ਼ਾਦ ਹੁੰਦੇ ਜਾਂਦੇ ਹਾਂ। ਜਿਉਂ-ਜਿਉਂ ਸਾਡਾ ਗਿਆਨ ਵੱਧਦਾ ਹੈ, ਤਿਉਂ-ਤਿਉਂ ਪਦਾਰਥਾਂ 'ਤੇ ਸਾਡੀ ਨਿਰਭਰਤਾ ਘਟਦੀ ਜਾਂਦੀ ਹੈ। ਪਰ ਇਹਨਾਂ ਸਭਨਾਂ ਲਈ ਭਰਪੂਰ ਯਤਨਾਂ ਦੀ ਲੋੜ ਹੈ। ਦੂਜਿਆਂ ਪ੍ਰਤੀ ਸ਼ੁਭ ਇੱਛਾਵਾਂ ਸਾਡੇ ਯਤਨਾਂ ਅੱਗੇ ਰਾਹ ਪੱਧਰਾ ਕਰ ਦਿੰਦੀਆਂ ਹਨ। ਮੈਂ ਤੁਹਾਡੀਆਂ ਸ਼ੁਭ ਇੱਛਾਵਾਂ ਦੇ ਯੋਗ ਬਣਿਆ ਰਹਾਂ, ਇਹ ਮੇਰਾ ਯਤਨ ਹੋਏਗਾ। ਤੁਹਾਡੇ ਅੰਬਰ ਵਿੱਚ ਉੱਡ ਸਕਣ ਦੀ ਕੋਸ਼ਿਸ਼ ਕਰਾਂਗਾ ਮੈਂ। ਧੰਨਵਾਦ।